फरीदा जंगल जंगल क्या भवें, वण कंडा मोड़े, वसी रब हयालिए, जंगल क्या ढूंढे। धन अक्सर मनुख घर तो बाहर ही ਲੱਭਦਾ ਹੈ। ਪਦਾਰਥਾਂ ਦੀ ਭਾਲ ਮਨੁੱਖ ਬਾਹਰ ਹੀ ਕਰਦਾ ਹੈ। ਇਸੇ ਤੋਂ ਭੁਲੇਖਾ ਪੈ ਜਾਂਦਾ ਹੈ ਸ਼ਾਇਦ ਰੱਬ ਵੀ ਬਾਹਰ ਹੈ, ਪਰਮਾਤਮਾ ਵੀ ਬਾਹਰ ਹੈ। ਚਲੋ ਪਦਾਰਥ ਧਨ ਬਾਜ਼ਾਰ ਦੇ ਚੋਂ ਲੱਭੇਗਾ, ਸ਼ਾਇਦ ਧਰਮ ਪਰਮਾਤਮਾ ਦਾ ਨਾਂ, ਖੁਦਾ ਦਾ ਨਾਂ ਜੰਗਲਾਂ ਦੇ ਚੋਂ ਲੱਭੇਗਾ। ਪਰ ਬਾਬਾ ਫਰੀਦ ਆਪਣੇ ਅਨੁਭਵ ਦੇ ਆਧਾਰ 'ਤੇ ਕਹਿ ਰਹੇ ਨੇ, ਜੰਗਲ ਜੰਗਲ ਦੇ 'ਚ ਭਟਕ ਕੇ ਕੀ ਕੰਡਿਆਂ 'ਚ ਮੂੰਹ ਮਾਰਦਾ ਫਿਰਦਾ ਹੈ, ਉਹ ਤੇ ਤੇਰੇ ਅੰਦਰ ਹੈ। ਤੂੰ ਅੰਦਰ ਝਾਤ ਮਾਰ, ਧਿਆਨ ਦੇ 'ਚ ਜੁੜ, ਉਸ ਦੇ ਨਾਮ ਨੂੰ ਜਪ ਕੇ ਆਪਣੀ ਸੁਰਤ ਨੂੰ ਅੰਤਰਮੁਖੀ ਕਰ, ਤੈਨੂੰ ਉੱਥੇ ਪ੍ਰਾਪਤੀ ਹੋ ਜਾਏਗੀ, ਤੈਨੂੰ ਲੱਭ ਜਾਏਗਾ। ਆਪ ਅਗਾਂਹ ਚੱਲ ਕੇ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀਏ, ਥਲ ਡੂੰਗਰ ਭੋਇਮ, ਅੱਜ ਫਰੀਦੇ ਕੂਜੜਾ, ਸੈਕੋ ਹਾਥੀਓ। ਬਾਬਾ ਫਰੀਦ ਬਿਰਧ ਹੋ ਗਏ, ਕਾਇਆ ਨਿਰਬਲ ਹੋ ਗਈ, ਹੱਥ ਕੰਬਣ ਲੱਗ ਪਏ, ਪੈਰਾਂ 'ਚ ਵੀ ਕੰਬੜੀ। ਕਹਿੰਦੇ ਨੇ ਇਹਨਾਂ ਛੋਟੀਆਂ ਜੀਆਂ ਲੱਤਾਂ ਦੇ ਨਾਲ ਮੈਂ ਬੜੇ ਬੜੇ ਪਹਾੜਾਂ 'ਤੇ ਡੂੰਗਰਾਂ 'ਤੇ ਭਰਮਣ ਕਰ ਆਉਂਦਾ ਸੀ। ਛਾਲ ਮਾਰ ਕੇ ਮੈਂ ਪਹਾੜਾਂ ਨੂੰ ਅਬੂਰ ਕਰ ਲੈਂਦਾ ਸੀ। ਕੋਲ ਪਿਆ ਕੂਜ਼ਾ, ਵੁਜ਼ੂ ਸਾਜਣਾ, ਪਰ ਕੋਲ ਪਏ ਇਸ ਕੂਜ਼ੇ ਨੂੰ ਵੀ ਚੁੱਕਣਾ ਤੇ ਵੁਜ਼ੂ ਕਰਨਾ ਮੇਰੇ ਲਈ ਔਖਾ ਹੋ ਗਿਆ, ਕਠਿਨ ਹੋ ਗਿਆ। ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਨ ਪਾਸ, ਧ੍ਰਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। रात बहुत लंबी हो गई है और एक सच्चाई है, दुख दे समा बहुत लंबा हो जाता है, सुख दे समा छोटा हो जाता है, परम आनंद दे समा खो जाता है। समय नूं नापण दा ढंग एक बैरूनी है, बाहरों है। हथ ते बनी हुई घड़ी नूं वेख के समा वेखना, धुप छां ਨੂੰ ਵੇਖ ਕੇ ਅੰਦਾਜ਼ਾ ਲਾਣਾ ਹੁਣ ਦਿਨ ਦੇ ਕਿੰਨੇ ਪੈਰ ਹੋ ਚੁੱਕੇ ਨੇ, ਕਿੰਨਾ ਕੁ ਵਕਤ ਹੋ ਗਿਆ। ਤੋ ਵਕਤ ਨੂੰ ਨਾਪਣ ਦਾ ਇੱਕ ਢੰਗ ਬੈਰੂਨੀ ਹੈ, ਵਕਤ ਨੂੰ ਸਮੇਂ ਨੂੰ ਨਾਪਣ ਦਾ ਇੱਕ ਢੰਗ ਅੰਦਰੂਨੀ ਹੈ। ਬਾਹਰ ਦਾ ਤੇ ਇਹ ਹੈ ਕਿ ਸੂਰਜ ਉਦੈ ਹੋ ਰਿਹਾ ਹੈ, ਦਿਨ ਦਾ ਪਹਿਲਾ ਪਹਿਰ ਹੈ, ਸਿਰ ਤੇ ਆ ਗਿਆ ਦੁਪਹਿਰ ਹੈ, ਸੂਰਜ ਢਲ ਗਿਆ ਤੇ ਪਹਿਰ ਹੈ, सूरज गरूब हो गया, रात का चौथा पैर रुखसत हो गया, रात का पहला पैर आरंभ हो गया। ये समय नूं नापण तोलण का बैरूनी ढंग है, पर अंदरूनी ढंग है, दुख दे समा बहुत लंबा हो जाता है। पीड़ा दे वेदना दे हौकियां दे विछोड़े की तपश दे समा बहुत लंबा हो जाता है। सुख दे समा बहुत छोटा हो जाता है और परम आनंद दे समा खो जाता है, समाधि दे समा खो जाता है। पर सब तो वड्डा दुख कित्थे आउंदा है, जिथे कि वक्त बहुत लंबा हो जाता है। विडाणी आस, खुदा नूं छड़ के, एक ईश्वर नूं छड़ के जो होर किसे आस दे उत्ते अपनी जिंदगी बतीत करते हैं। बाबा फरीद कहते ने, रात बहुत लंबी हो जाती है, समा बहुत लंबा हो जाता है,
ਕਟਿਆਂ ਕਟਦਾ ਨਹੀਂ। ਦ੍ਰਿਗ ਤੇ ਨਾਂਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜੋ ਖੁਦਾ ਨੂੰ ਛੱਡ ਕੇ ਕਿਸੇ ਹੋਰ ਆਸ 'ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਲਾਨਤ ਹੈ ਉਹਨਾਂ 'ਤੇ। ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਪਾਤਸ਼ਾਹ ਦੀ ਬਾਣੀ ਕਹਿ ਰਹੀ ਏ, ਇੱਕ ਦੀ ਆਸਾ ਕਰੀਏ, ਉਸ 'ਤੇ ਹੀ ਪੂਰਾ ਭਰੋਸਾ ਤੇ ਯਕੀਨ ਕਰੀਏ, ਤਾਂ ਜੀਵਨ ਵਿੱਚ ਸੁੱਖ ਦਾ ਸੂਰਜ ਉਦੇ ਹੋ ਜਾਂਦਾ ਹੈ। ਵਿਡਾਣੀ ਆਸ 'ਤੇ ਜੀਵੀਏ ਤਾਂ ਅੰਧਕਾਰ ਅੰਧਕਾਰ ਹੀ ਹੈ, ਠੋਕਰਾਂ ਹੀ ਠੋਕਰਾਂ ਹਨ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇਣਿਆ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਘਰ ਵਿੱਚ ਪ੍ਰਾਹੁਣੇ ਆ ਗਏ ਨੇ, ਔਰ ਪ੍ਰਾਹੁਣੇ ਵੀ ਮਿੱਤਰ, ਔਰ ਲਾਜ਼ਮੀ ਹੈ ਕਿਸੇ ਸੰਤ ਦੇ ਘਰ ਸੰਤ ਹੀ ਪ੍ਰਾਹੁਣੇ ਆਉਣਗੇ। ਕਿਸੇ ਫਕੀਰ ਦੇ ਘਰ ਫਕੀਰਾਂ ਨੇ ਹੀ ਮਹਿਮਾਨ ਬਣਨਾ ਹੈ। ਤਾਂ ਆਪ ਕਹਿੰਦੇ ਨੇ, ਮਿੱਤਰ ਆਏ ਨੇ ਘਰ ਵਿੱਚ, ਜੇ ਮੈਂ ਕੁਝ ਚੀਜ਼ ਛੁਪਾ ਕੇ ਰੱਖ ਦਿੱਤੀ ਹੈ, ਓਲੇ ਕਰ ਦਿੱਤੀ ਹੈ, ਐਸੀ ਹਾਲਤ ਵਿੱਚ ਮੈਨੂੰ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਤਨ ਭਖਦੇ ਹੋਏ ਅੰਗਾਰਿਆਂ 'ਤੇ ਜਲ ਰਿਹਾ ਹੈ। ਭਾਵ ਜਦ ਫਕੀਰ ਦੇ ਘਰ ਫਕੀਰ ਆਵੇ, ਸੱਜਣ ਦੇ ਘਰ ਸੱਜਣ ਆਵੇ, ਕੁਛ ਵੀ ਓਲੇ ਨਹੀਂ ਰੱਖਣਾ ਚਾਹੀਦਾ, ਸਭ ਕੁਝ ਉਸ ਤੋਂ ਸਦਕੇ ਕਰਨਾ ਚਾਹੀਦਾ ਹੈ, ਕੁਰਬਾਨ ਕਰਨਾ ਚਾਹੀਦਾ ਹੈ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਅੰਡੇ ਉਨ ਕਤਾਏ ਦਾ, ਪੈਂਦਾ ਲੋੜੇ ਪੱਟ। ਜੀਵਨ ਕਰਮ ਭੂਮੀ ਹੈ। ਇਸ ਦੇ ਜੋ ਕਰਮਾਂ ਦਾ ਬੀਜ ਬੋਈਏ, ਉਹੀ ਕੁਛ ਪੈਦਾ ਹੁੰਦਾ ਹੈ। ਐਸੇ ਕੁਛ ਕਰਮ ਨੇ ਜਿਸ ਤੋਂ ਦੁੱਖ ਪੈਦਾ ਹੁੰਦਾ ਹੈ, ਐਸੇ ਕੁਛ ਕਰਮ ਨੇ ਜਿਸ ਤੋਂ ਆਨੰਦ ਪੈਦਾ ਹੁੰਦਾ ਹੈ। ਕਿਹੜੇ ਕਰਮਾਂ ਤੋਂ ਦੁੱਖ ਪੈਦਾ ਹੁੰਦਾ ਹੈ? ਜਿਨ੍ਹਾਂ ਕੀਤੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਮਿਲ ਗਿਆ, ਕਿਸੇ ਦੂਸਰੇ ਨੂੰ ਦੁੱਖ ਮਿਲ ਗਿਆ, ਇਹਨਾਂ ਕਰਮਾਂ ਤੋਂ ਆਪਣੇ ਲਈ ਵੀ ਦੁੱਖ ਪੈਦਾ ਹੋਵੇਗਾ। ਪਰ ਜਿਨ੍ਹਾਂ ਕਰਮਾਂ ਤੋਂ ਕਿਸੇ ਨੂੰ ਕੁਛ ਮਿਲ ਗਿਆ, ਕੁਛ ਵੀ ਮਿਲਿਆ ਹੋਵੇ, ਗਿਆਨ ਮਿਲਿਆ ਹੋਵੇ, ਕਲਾ ਮਿਲੀ ਹੋਵੇ, ਸਕੂਨ ਮਿਲਿਆ ਹੋਵੇ, ਸ਼ਾਂਤੀ ਮਿਲੀ ਹੋਵੇ, ਧਨ ਮਿਲਿਆ ਹੋਵੇ, ਸੰਪਦਾ ਮਿਲੀ ਹੋਵੇ, ਸੁੱਖ ਮਿਲਿਆ ਹੋਵੇ, ਇੱਜ਼ਤ ਮਾਣ ਮਰਿਆਦਾ ਮਿਲੀ ਹੋਵੇ, ਸਾਡੇ ਜਿਸ ਕਰਮ ਤੋਂ ਜਿਸ ਨੂੰ ਕੁਛ ਮਿਲਿਆ, ਇਸ ਤੋਂ ਸੁੱਖਾਂ ਦੀ ਪ੍ਰਾਪਤੀ ਆਉਂਦੀ ਹੈ। ਪਰ ਸਾਡੇ ਜਿਸ ਕਰਮ ਨੇ ਕਿਸੇ ਦਾ ਕੁਛ ਖੋਹ ਲਿਆ, ਔਰ ਕੋਈ ਰੋਣ ਤੇ ਮਜਬੂਰ ਹੋ ਗਿਆ, ਦੁਖੀ ਹੋ ਗਿਆ, ਇਹਨਾਂ ਕਰਮਾਂ ਤੋਂ ਸਿਵਾਏ ਦੁੱਖਾਂ ਦੇ ਫਲ ਤੇ ਹੋਰ ਕੁਛ ਵੀ ਪ੍ਰਾਪਤ ਨਹੀਂ ਆਉਂਦਾ। ਬਾਬਾ ਫਰੀਦ ਕਹਿੰਦੇ ਨੇ, ਇਹ ਅਜਾਣ ਜੱਟ ਨਾਦਾਨ ਜੱਟ, ਬੀਜਦਾ ਤੇ ਕਿੱਕਰ ਹੈ, ਬੂਟੇ ਤੇ ਕਿੱਕਰਾਂ ਦੇ ਲਾਂਦਾ ਹੈ, ਪਰ ਲੋੜੇ ਦਾਖ ਬਿਜੋਰੀਆਂ। ਬਲੂਚਿਸਤਾਨ ਦਾ ਇੱਕ ਇਲਾਕਾ ਬਿਜੌਰ, ਜਿੱਥੋਂ ਦੀ ਦਾਖ, ਜਿੱਥੋਂ ਦੇ ਅੰਗੂਰ ਬੜੇ ਮਸ਼ਹੂਰ, ਬਹੁਤ ਮਸ਼ਹੂਰ। ਸਵਾਤ ਰਿਆਸਤ ਤੋਂ ਪਰੇ ਦਾ ਇਲਾਕਾ ਬਲੋਚਿਸਤਾਨ, ਲੱਭਦਾ ਹੈ ਬਿਜੌਰੀ ਦਾਖ, ਪਰ ਬੀਜਦਾ ਹੈ ਕਿੱਕਰ, ਮੰਗਦਾ ਹੈ ਰੇਸ਼ਮ, ਪਰ ਕੱਤਦਾ ਹੈ ਉਨ। ਭਾਵ ਕਰਮ ਕੁਛ ਕਰਦਾ ਹੈ, ਮੰਗਦਾ ਕੁਛ ਹੈ, ਪਰ ਕੌਣ ਦੱਸੇ? ਆਨੰਦ ਤੇ ਸੁੱਖ ਉਨ੍ਹਾਂ ਹੀ ਕਰਮਾਂ ਤੋਂ ਮਿਲਦਾ ਹੈ ਜਿਸ ਕੀਤੇ ਕਰਮ ਤੋਂ ਕਿਸੇ ਨੂੰ ਸੁੱਖ ਮਿਲੇ, ਕਿਸੇ ਨੂੰ ਆਨੰਦ ਮਿਲੇ। ਉਨ੍ਹਾਂ ਹੀ ਕਰਮਾਂ ਤੋਂ ਆਪਣੇ ਨੂੰ ਆਨੰਦ ਮਿਲਦਾ ਹੈ, ਆਪਣੇ ਨੂੰ ਸੁੱਖ ਮਿਲਦਾ ਹੈ। ਕਿਸੇ ਨੂੰ ਸੁੱਖ ਦਿੱਤੇ ਬਿਨਾਂ ਸੁੱਖ ਪ੍ਰਾਪਤ ਕਰਨਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਇਹ ਕੁਝ ਸਮਝਾ ਰਹੇ ਨੇ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ।
ਰਸਤੇ 'ਚ ਬਾਰਿਸ਼ ਕਰਕੇ ਬਹੁਤ ਚਿੱਕੜ ਹੈ, ਹਰ ਗਲੀ ਦੇ ਚਿੱਕੜ ਹੈ, ਪਿਆਰੇ ਨੂੰ ਮਿਲਣ ਦੀ ਤਾਂਘ ਹੈ, ਚਿੱਕੜ 'ਚੋਂ ਲੰਘਣਾ ਬੜਾ ਔਖਾ ਹੈ। ਔਰ ਚਿੱਕੜ ਵੱਜਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ, ਕਿਉਂਕਿ ਬਾਰਿਸ਼ ਜ਼ਿਆਦਾ ਹੋ ਰਹੀ ਹੈ, ਜ਼ਿਆਦਾ ਹੋ ਰਹੀ ਹੈ। ਕਾਸ਼ ਬੈਰੂਨੀ ਗਲੀਆਂ ਦੇ ਚਿੱਕੜ ਹੋਵੇ ਤਾਂ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਕੇ ਗਲੀ ਅਬੂਰ ਕਰ ਸਕਦਾ ਹੈ, ਪਾਰ ਕਰ ਸਕਦਾ ਹੈ। ਪਰ ਇੰਦਰੀਆਂ ਦੀ ਗਲੀ ਦੇ ਚਿੱਕੜ ਹੋਵੇ, ਅੱਖਾਂ ਦੇ ਚਿੱਕੜ ਹੋਵੇ, ਪਰ ਤਰੀਆ ਵੇਖਣ ਦਾ, ਪਰ ਧਨ ਵੇਖਣ ਦਾ, ਕੰਨਾਂ ਦੇ ਚਿੱਕੜ ਹੋਵੇ ਪਰ ਨਿੰਦਾ ਸੁਣਨ ਦਾ, ਰਸਨਾ ਦੇ ਚਿੱਕੜ ਹੋਵੇ ਮਿਥਿਆ ਬੋਲਣ ਦਾ, ਔਰ ਇਸ ਤਰ੍ਹਾਂ ਮਨ ਦੇ ਚਿੱਕੜ ਹੋਵੇ ਗਲਤ ਸੋਚਣ ਦਾ, ਤਾਂ ਕਿਵੇਂ ਲੰਘਿਆ ਜਾਏ, ਕਿਵੇਂ ਬੰਦਗੀ ਕੀਤੀ ਜਾਏ। ਚੱਲਦਾ ਹਾਂ ਕੰਬਲੀ ਭਿੱਜਦੀ ਹੈ, ਭਾਵ ਜਿਤਨਾ ਚੱਲਦਾ ਹਾਂ ਅੰਦਰ ਬਾਰੀਕੀ ਤੇ ਪੈਦਾ ਹੁੰਦੀ ਹੈ, ਪਰ ਉਤਨੀਆਂ ਹੀ ਅੱਖਾਂ ਪਰਤਨ ਤੇ ਪ੍ਰਭਾਵਿਤ ਹੁੰਦੀਆਂ ਨੇ। ਮੂੜ ਮਨੁੱਖ ਇਤਨਾ ਸੁਪਨ ਤੋਂ ਪ੍ਰਭਾਵਿਤ ਨਹੀਂ ਹੁੰਦਾ ਜਿਤਨਾ ਸਿਆਣਾ ਪ੍ਰਭਾਵਿਤ ਹੁੰਦਾ ਹੈ। ਮੂੜ ਬੰਦਾ ਇਤਨਾ ਸੰਸਾਰ ਦੇ ਪਦਾਰਥਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ ਜਿਤਨਾ ਇੱਕ ਸਿਆਣਾ ਹੁੰਦਾ ਹੈ। ਜਿਤਨੀ ਉਸਦੀ ਸਿਆਣੀ ਅਕਲ ਹੁੰਦੀ ਜਾਏਗੀ, ਜਿਤਨੀ ਉਸਦੀ ਸੋਚ ਸ਼ਕਤੀ ਵੱਧਦੀ ਜਾਏਗੀ, ਉਤਨਾ ਹੀ ਜ਼ਿਆਦਾ ਉਸਦੇ ਉੱਤੇ ਸੰਸਾਰ ਦਾ ਪ੍ਰਭਾਵ ਪੈਂਦਾ ਜਾਏਗਾ, ਕਿਉਂਕਿ ਹਰ ਵਸਤੂ ਦੀ ਉਸਨੂੰ ਸਮਝ ਪੈਂਦੀ ਜਾ ਰਹੀ ਹੈ, ਹਰ ਵਸਤੂ ਦੇ ਰਸ ਦਾ ਉਸਨੂੰ ਪਤਾ ਚੱਲਦਾ ਜਾ ਰਿਹਾ ਹੈ, ਔਰ ਹਰ ਵਸਤੂ ਉਸਨੂੰ ਪ੍ਰਭਾਵਿਤ ਕਰਦੀ ਜਾ ਰਹੀ ਹੈ। ਦੁਨੀਆ ਵਿੱਚ ਸੁਪਨ ਤੋਂ ਪ੍ਰਭਾਵਿਤ ਚੋਟੀ ਦੇ ਮਹਾਨ ਆਲਮ ਫਾਜ਼ਲ ਹੀ ਹੋਏ ਨੇ। ਤਾਂ ਬਾਬਾ ਫਰੀਦ ਕਹਿੰਦੇ ਨੇ, ਅਗਰ ਮੈਂ ਚੱਲਦਾ ਹਾਂ ਤਾਂ ਅੱਖਾਂ ਦਾ ਚਿੱਕੜ ਵੱਧਦਾ ਹੈ, ਕੰਨਾਂ ਦਾ ਚਿੱਕੜ ਵੱਧਦਾ ਹੈ, ਰਸਨਾ ਤੇ ਮਨ ਦਾ ਚਿੱਕੜ ਵੱਧਦਾ ਹੈ, ਤੇ ਜੇ ਨਾ ਚੱਲਾਂ ਤਾਂ ਪਿਆਰ ਟੁੱਟਦਾ ਹੈ, ਖੁਦਾ ਦਾ ਸਨੇਹ ਟੁੱਟਦਾ ਹੈ। ਤਾਂ ਆਖਰ ਫਰੀਦ ਦਾ ਫੈਸਲਾ, ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ में ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਈ ਨੇ। ਬਾਰਿਸ਼ ਆਉਂਦੀ ਏ ਤੇ ਹੋਣ ਦਿਓ, ਚਿੱਕੜ ਵੱਧਦਾ ਹੈ ਤੇ ਵੱਧਣ ਦਿਓ, ਔਰ ਚਿੱਕੜ ਨਾਲ ਇਹ ਕੰਬਲੀ, ਇਹ ਜੀਵਨ ਦਾ ਝੋਲਾ ਲਿਬੜਦਾ ਹੈ ਤੇ ਲਿਬੜਨ ਦਿਓ। ਖੁਦਾ ਨੂੰ ਯਾਦ ਕਰਦਿਆਂ ਸੰਸਾਰ ਯਾਦ ਆਉਂਦਾ ਹੈ ਤੇ ਆਉਣ ਦਿਓ। ਪਰਮਾਤਮਾ ਨੂੰ ਚੇਤੇ ਕਰਦਿਆਂ ਅਗਰ ਪਦਾਰਥ ਯਾਦ ਆਉਂਦੇ ਨੇ ਤੇ ਆਉਣ ਦਿਓ। ਧਰਮ ਮੰਦਰ ਵਿੱਚ ਜਾਂਦਿਆਂ ਜੇ ਧਨ ਚੇਤੇ ਆਉਂਦਾ ਹੈ ਤੇ ਆਉਣ ਦਿਓ। ਉਸ ਸੋਹਣੇ ਖੁਦਾ ਪਰਮਾਤਮਾ ਨੂੰ ਚੇਤੇ ਕਰਦਿਆਂ ਜੇ ਸੰਸਾਰ ਦਾ ਰੂਪ ਰੰਗ ਪ੍ਰਭਾਵਿਤ ਕਰਦਾ ਹੈ ਤੇ ਕਰਨ ਦਿਓ। ਤੂੰ ਚਲੀ ਜਾ, ਤੂੰ ਜਪੀ ਜਾ, ਇੱਕ ਦਿਨ ਚਿੱਕੜ ਚੋਂ ਲੰਘ ਜਾਏਗਾ, ਇੱਕ ਦਿਨ ਮਿਲਾਪ ਹੋ ਜਾਏਗਾ, ਔਰ ਮਿਲਾਪ ਦੇ ਹੋਂਦਿਆਂ ਹੀ ਸਾਰਾ ਚਿੱਕੜ ਪਿੱਛੇ ਰਹਿ ਜਾਏਗਾ, ਸਾਰੇ ਦੁੱਖ ਸੰਤਾਪ ਪਿੱਛੇ ਰਹਿ ਜਾਣਗੇ। ਆਪਣੇ ਅਨੁਭਵ ਦੇ ਆਧਾਰ 'ਤੇ ਇਹ ਮਹਾਨ ਸੂਫੀ ਸੰਤ ਬਾਬਾ ਫਰੀਦ ਕਹੇ ਨੇ ਕਿ ਅਗਰ ਮਨੁੱਖ ਜਪਦਾ ਰਹੇ, ਕਰਦਾ ਰਹੇ ਬੰਦਗੀ, ਤਾਂ ਇੱਕ ਦਿਨ ਇਸ ਚਿੱਕੜ ਨੂੰ ਅਬੂਰ ਕਰ ਜਾਏਗਾ ਔਰ ਉਸ ਨਿਰਮਲ ਸੋਹਣੇ ਖੁਦਾ ਦੀ ਗੋਦ ਦੇ ਜਾ ਬੈਠੇਗਾ। ਆਪ ਅੱਗੇ ਚੱਲ ਕੇ ਆਪਣਾ ਅਮਰ ਕਲਾਮ ਇੰਜ ਹੈ ਪੇਸ਼ ਕਰਦੇ ਨੇ। ਫਰੀਦਾ ਮੈਂ ਭੋਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂ ਨ ਜਾਣਈ, ਸਿਰ ਵੀ ਮਿੱਟੀ ਖਾਏ। ਕਿਸੇ ਖਾਨ ਨੇ, ਕਿਸੇ ਪਠਾਨ ਨੇ, ਜਿਸਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ, ਫਕੀਰ ਨੂੰ ਇਸ ਲਈ ਸਜਦਾ ਨਹੀਂ ਕੀਤਾ ਕਿਉਂਕਿ ਫਕੀਰ ਜ਼ਮੀਨ 'ਤੇ ਬੈਠਾ ਸੀ, ਮਿੱਟੀ ਦੇ 'ਚ ਬੈਠਾ ਸੀ,
तो दस्तार ने मिट्टी आलूद हो जाना सी, दस्तार ने मैली हो जाना सी। तो मत्था नहीं टेकिया, कोल बैठ गया। फरीद कहंदे ने भोले मनुख नूं इतना ही नहीं पता, इतना ख्याल आया पग मैली हो जाएगी, पग नूं मिट्टी लिबड़ जाएगी, पर कौन दसे तू जिस सिर दे ते पग बनी है, एक दिन ते सिर नूं भी मिट्टी ने खा जाना है। ये सिर भी मिट्टी आलूद हो जाएगा, ये सिर भी मिट्टी हो जाएगा। ये सिर मिट्टी होवे, इस तो पहले तू किसी फकीर दे कदमां दी खाक बन, किसी फकीर दे कदमां दी मिट्टी बन, नहीं तो एक दिन मिट्टी हो जाएगा। अगर फकीर दे कदमां दी तो मिट्टी बन जाए तो अक्सीर बन जाएगा, महान हो जाएगा, नहीं तो एक दिन मिट्टी हो ही जाएगा। आप बड़े सोहने ढंग नाल सुचेत कर रहे हैं। फरीदा शक्कर खंड निवात गुड़, माखियो मांजा दुध, सभे वस्तु मिठियां, रब ना पुजन तुद। आप बारे एक बड़ी सुंदर गाथा है। आपने इस स्मारक ते जो तोरिया है, मां ने तोरिया है। ये ठीक है कि बाबा फरीद दा शाही खानदान नाल भी ताल्लुक है, पैगंबरी खानदान नाल भी ताल्लुक है। जिथे फर्क शाह काबल दा बादशाह, उसदे आप भतीजे ने, उथे मुहम्मद शाह अब्दुल्ला जो हज़रत अली दे शाही खानदान नाल ताल्लुक रखदा है, हज़रत अली दा रिश्तेदार है, उसकी बच्ची मरियम जो जलालुद्दीन नूं ब्याही गई और उसकी कुख तो आप जन्म लेंदे ने। तो इस तरह पैगंबरी घराने नाल ते शाही घराने नाल आप दा संबंध है। मां बड़ी सतोगुणी है। 7 साल दी आप दी उम्र है, बच्चियां च खेड रहे ने। मां आके कहंदी है, ऐ मेरे बच्चे, सवेरे खेडदा है, दोपहरे खेडदा है, शामी खेडदा है, कदी खुदा नूं भी याद कर लिया कर, नमाज भी पढ़ लिया कर। बच्चे दा भोला सुभाव, मां खुदा की देगा। बच्चा लैण दी भाषा जानदा है, देण दी नहीं। एक बच्चे कोल 5 खिडौने होवन, दूसरे कोल 1 होवे, तो सिर्फ इतना कह दईए, बेटा तेरे कोल 5 खिडौने ने, तू 1 उसनू दे दे, तो ये बच्चा दूसरे दा 1 खोण दी ते कोशिश करेगा, अपने 5 दे चों 1 देण नूं राजी नहीं होवेगा। क्यों? देण दी भाषा जानदा ही नहीं। देण दा सुभाव अजे इस दे अंदर नहीं पैदा होया, खोण दा, लैण दा ही जज्बा है। खुदा की देवेगा। इस सादगी दी मूर्ति मां ने कहा, ऐ मेरे बच्चे, खुदा खंड देवेगा, खजूरां देवेगा, शहद देवेगा, घ्यो देवेगा, मझ दा दुध देवेगा, मिठाई देवेगा। सारियां ही मिठियां चीज़ां दा जद मां ने ना लिया, उस जमाने दी सौगात, फरीद दे मूँह दे च पानी आ गया। मां, तो फिर मैनू नमाज पढ़नी सिखा। मैं पढ़ांगा नमाज। 2 वक्त दी नमाज मां ने इसनू पढ़नी सिखाई। फजर दी नमाज, इशा दी नमाज, सवेर दी नमाज, शाम दी नमाज। वजू करके मुल्ला मसल्ला बिछा के
नमाज जद पढ़न लगे अखां मीट के मां ने मुसल्ले दे थल्ले खजूरां रख दित्तियां ने। नमाज पढ़न तो बाद जैसे मुसल्ला समेटदा है, थल्लों खजूरां मिलियां, कपड़े दे च लिपटियां होईयां, प्रसन्न हो गया। कहंदा खुदा ये ते नकद सौदा है, इधर नमाज पढ़ो इधर खजूरां। विश्वास बच गया, भरोसा बच गया। शाम दी नमाज पढ़ी, मां ने थल्ले गुड़ रख दिता है। दूसरे दिन नमाज पढ़ी, मां ने थल्ले मिठाई रख दी। कदी कुछ रोज़ इस बच्चे नूं सवेरे शाम प्राप्त हो जाता है। और जितना प्राप्त होंदा जा रहा है, खुदाई विश्वास वधदा जा रहा है, वधदा जा रहा है, वधदा जा रहा है। अज एक अजीबो गरीब घटना घट गई। इशा दी नमाज दा वक़्त, मां विचारी पानी भरन गई सी। पुराना जमाना, खूह ते पानी भरन गई है। फरीद दे नमाज पढ़न दा वक़्त हो गया। मुसल्ला बिछा के वज़ू करके जुड़ के नमाज पढ़न लगे। अज मन जुड़ गया, बड़ा सरूर तारी होया, बड़ी मस्ती मिली। हैरान होया, खजूर, शहद, मिठाई ये तो कुछ भी नहीं, ये तो खेड ही कुछ और है। अज मुसल्ला जद चुके है नमाज पढ़न तो बाद, अज ख्याल ही नहीं आया थल्लों कुछ मिठाई लेनी है। क्यों? अज अगम्मी रस की प्राप्ति हो गई, दुनिया ही कुछ और हो गई। नेत्र सज्जल हो गए, अश्कबार होए कि इतने दिन इस रस तो वांझी जिंदगी किस तरह रह गई। अन्ना रस, हालांकि उम्र तो कुछ भी नहीं, 7 साल दी, कोई लंबा अरसा बतीत नहीं होया। लोग 80 साल की उम्र भी अजाई गवा छड़ते हैं। लेकिन पश्चाताप जा गया इस अगम्मी रस तो, ये जीवन इतने साल वांझा क्यों रह गया। बैठे ने एक पासे, नेत्र सज्जल, चेहरा होर होया है, अज मस्तक कुछ होर है। मां आ गई है, वो जब देख दिए फरीद नूं ते उहदे कोल देख दिए मुसले नूं, तो ख्याल आया फरीद नमाज पढ़ बैठा है, अज इसनूं खजूरां नहीं मिलियां, अज इसनूं मिठाई नहीं मिली। पता नहीं ये कल तो नमाज पढ़ेगा कि नहीं पढ़ेगा। लगदा इसदा भरोसा टुट गया है। इहदियां अखां सज्जल ने, रो रहे है। मां एकदम अंदर भज्जी होई गई। थाल दे च शहद दी कटोरी रखी, लड्डू रखे, खजूरां रखियां, किशमिश रखी, दाख रखी, ते थाली फरीद दे अगों करके कहन लगी, ऐ मेरे बच्चे, अज खुदा नूं जल्दी बड़ी सी और वो मैनू दे गया। उसने मैनू ये आख्या फरीद नूं दे देना। चीख निकल गई फरीद दे मुंहों, मां अज ते खुदा मैनू ही दे गया है। रोज़ खुदा तेरे हत्थों मैनू झूठियां खजूरां देंदा सी, अज मैनू सच्ची खजूर मिल गई। खुदा नहीं दे दिती है। तैनू खेचल करन दी हुण लोड़ नहीं, तैनू विचोला बनन दी हुण कोई लोड़ नहीं। खुदा ने सीधा ही मैनू रस दे दिता है। इस वास्ते हुण सब ये चीज़ां बेमैनी ने, फिजूल ने। केड़ियां? फरीदा शक्कर खंड निवात गुड़, माखियो मांजा दुध, सब्बे वस्तू मिठियां, रब ना पुजन तुद।
हे रब, हे खुदा, जो तेरे नाम दे मिठास है उस दे सामने खजूरां की ने, ये गुड़ की है, ये शक्कर की है, ये शहद की है। तुम बहुत मिठा है, बहुत मिठा है, अत्यंत स्वादी है। फरीदा, रोटी मेरी काठ की, लावण मेरी भुख, जिन्ना खादी चोपड़ी, घणे सहणगे दुख। इस श्लोक बारे टीकाकारां दा, विचारक लोगां दा अपना अपना मत है और भगत माल दे इस संबंध कई तरह दीयां साखियां ने। दरअसल लक्कड़ दी रोटी भुख नहीं मिटा सकती। लक्कड़ दी रोटी नूं पेट ते बन के बाबा फरीद घुमदे रहे। इतनी सियाणी आत्मा, इतना दूर दृष्ट मनुख, इतनी बारीक बीन अकल ऐसा कर्म नहीं कर सकती। फिर ये क्यों कह रहे ने, फरीदा रोटी मेरी काठ की। दरअसल डेरे विच अक्सर घरां घरां तो मंगियां हुई रोटियां, भिक्षा दे रोटियां आउंदियां सन। लोकी बची कुची रोटी दे देंदे सन। बाबा फरीद बिरध हो चुके सन, मूँह दे दंद नहीं सन। सुक्की रोटी नूं जैसे मूँह दे पान ते इंज प्रतीत होवे जैसे लक्कड़ नूं मूँह च पा रहे ने। सुक्की रोटी अज भी तशबीह देंदे ने, ये ते लक्कड़ वर्गी है, की खाई है, ये ते लक्कड़ वर्गी है। उसी तशबीह नूं बाबा फरीद वरत रहे ने। एक ते मेरे दंद नहीं, एक ये रोटी सुक्की। रोटी मेरी काठ की, लावण मेरी भुख। लहिंदे पंजाब दे साग सब्जी नूं लावण कहंदे ने, जिहदे नाल ला के रोटी खाई जाए, लावण। मुल्तान, खुशाब, कुंदियां, मियाँ वाली, सरगोदा, जंग मंगैणा, डेरा गाजी खान और फ्रंटियर दे इलाके दे साग सब्जी नूं, दाल भाजी नूं कहंदे ने लावण। बाबा फरीद आप दी बोली पंजाबी और खास करके लहिंदी पंजाबी, लोकल भाषावां दे आपने मनुखता दी झोली दे खुदाई ज्ञान पाया। तो आप कहंदे ने, ये जो मैनू भुख लगी है, बस यही मेरा लावण है, यही मेरी साग सब्जी है। धन गुरु नानक देव जी महाराज कहंदे ने, रुपे कामे दोस्ती, भुखे सादे गंड। भुख ते स्वाद दा ही आपस दे तालमेल है, भुख नहीं ते स्वाद कादा। तो बाबा फरीद कहंदे ने, जो मेरी साग सब्जी है वो है भुख। ते भुख दे जद मैं सुक्की रोटी खाना, स्वादी लगदी है, चंगी लगदी है। जिन्ना खादी चोपड़ी, घणे सहणगे दुख। भुख तो बिना जो चोपड़ी ते होर तरह तरह के पदार्थ खांदे ने, पर भुख नहीं है, बहुत दुख सहारनगे। भुख तो बिना खाना दुख ही है। एक एक बुरकी दुख नूं जन्म देगी, एक एक बुरकी रोग नूं जन्म देगी, एक एक बुरकी पीड़ा नूं पैदा करेगी। बाबा फरीद इस श्लोक दे राही यही कुछ समझा रहे ने, जो भुख है बस यही मेरी साग सब्जी है, और इस दे जद मैं सुक्की रोटी खाना तां भी स्वादी लगदी है, पच जाती है, तो शरीर दे अनुकूल बकायदा जो है काम करदी है। पर भुख ही नहीं है, तो तरह तरह के स्वादी ते पौष्टिक खाने खादे गए ने, एक एक बुरकी रोग नूं जन्म देवेगी। भुख तो बिना खाना दुख ही है। ऐसा इस श्लोक दे राही बाबा फरीद जगत नूं ज्ञान दे रहे हैं। रुखी सुखी खाए के,
ठंडा पानी पियो, फरीदा देख पराई चौपड़ी, ना तरसाई जियो। दूसरे दा धन, दूसरे दा पदार्थ, दूसरे दा रंग रूप वेख के अक्सर मनुख प्रभावित होंदा है और मन दे तृष्णा पैदा होंदी है, मन दे साड़े भी पैदा होंदे ने, जैलसी भी पैदा होंदी है, जलन भी पैदा होंदी है। इस दे कोल इतना है, मेरे कोल नहीं है। तो बाबा फरीद इत्थे समझा रहे ने, हकीकत है कि मनुख कई दफ़ा खूह तो पानी भरदे होया सोच लेंदा नहीं दरिया तो पानी भरीए, क्योंकि खूह दे च पानी थोड़ा है, दरिया दे च पानी बहुत वड्डा है, बहुत सारा है। पर कौन दसे दरिया तो भी उतना ही पानी मिलेगा जितना तेरा मटका है। मनुख दूजियां दे लंबे चौड़े पसारे ते वेख लैंदा है, अपनी प्रालब्ध नहीं वेखता। तो दूसरे दा पसारा वेख्या, अपनी प्रालब्ध दा कोई ज्ञान नहीं, तो फिर दूसरे दे प्रति ईर्षा पैदा हो जाती है और मन दूसरे दा साजो समान देख के, पदार्थां ते रंग रूप नूं देख के अपने अंदर बार बार लालच नूं जन्म देंदा है ते मन तरसदा है। बाबा फरीद कहंदे नहीं, अपना मन ना तरसा, तू भावें रुखी सुखी है, भुख दे च खा लै, ठंडा पानी पी ले, दूजियां दी चौपड़ी वेख के, दूसरियां दी महान धन संपदा वेख के अपना दिल ना तरसाया कर। वेख लिया कर अपनी प्रालब्ध, ना वेख्या कर दूजियां दा धन ते रूप। अगर दूजियां दा ही तू वेखदा रहा तो अपने जी नूं तरसांदा रहेगा और बंदगी नहीं कर सकेगा। अज ना सुती कंत स्यों, अंग मुड़े मुड़ जाए, जाए पुछो सुहागणी, जाए पुछो डोहागणी, तुम क्यों रैण विहाए। बड़ा सुंदर उदाहरण दिता है। एक दिन किधरे बाबा फरीद नमाज नहीं पढ़ सके, शाम दी बंदगी नहीं कर सके, एक समय भुला बैठे, रात नूं सौण लगे, नींद नहीं पैंदी, पश्चाताप, ईशा दी नमाज क्यों नहीं पढ़ी, मैं नमाज क्यों भुला दी, मैं एक वक्त अजाई क्यों गवा छड़िया। तो उदाहरण देंदे ने, एक रात पति दा मिलाप नसीब नहीं होया, अज ना सुती कंत सों, अज ही कंत कोल सोना नसीब नहीं होया, अंग मुड़े मुड़ जाए, बार बार करवटां बदल रहे हैं, नींद नहीं आ रही, पश्चाताप दा बोझ दिल दिमाग ते पिया, जाए पुछो डोहागणी, तुम क्यों रहन विहाए। पुछो उन्हां डोहागणियां कोलो जिन्होंने कदी नमाज नहीं पढ़ी, कदी खुदा नूं याद नहीं कीता, कदी कंत दे नाल जो है सोना नसीब नहीं होया। इन्हां दी रात किवें बतीत होंदी है, इन्हां दा जीवन किस तरह बतीत होंदा है, इन्हां दी जिंदगी किस तरह लंघदी है। मैनू ते एक रात दा मिलाप नहीं होया ते तड़पना है, करवटां दा बदलना है, ते जिन्हां नूं कदी नसीब नहीं होया वो किवें अपनी जिंदगी कट रही ने, वो किवें जीवन बतीत कर रही ने। बंदगी तो हीणा जो जीवन बतीत कर रहा है, बाबा फरीद हैरान होकर कहते ने किस तरह वो जिंदगी बतीत कर रहा है और किवें उसकी जिंदगी जो है लंघ सकती है। आप हैरानगी नाल इस तरह की पुछ कर रहे हैं। साहुरे ढोई ना लहे, पइए नाई थाओ, पिरवातड़ी ना पुछई,
धन सुहागण नाम। ਸਹੁਰੇ ਘਰ ਦੇ 'ਚ ਥਾਂ ਕੋਈ ਨਹੀਂ ਤੇ ਪੇਕੇ 'ਚ ਵੀ ਕੋਈ ਨਹੀਂ। ਭਾਵ ਲੋਕ ਤੋਂ ਇੱਕ ਦਿਨ ਟੁਰ ਜਾਣਾ ਹੈ, ਪਰ ਲੋਕ ਦਾ ਵਸੇਬਾ ਨਸੀਬ ਨਹੀਂ ਹੋਇਆ। ਪਰਮਾਤਮਾ ਨਾਲ ਬਣੇ ਨਹੀਂ ਔਰ ਪਦਾਰਥਾਂ ਨਾਲੋਂ ਇੱਕ ਦਿਨ ਟੁੱਟ ਜਾਣਾ ਹੈ। ਨਿਰੰਕਾਰ ਨਾਲ ਬਣੀ ਨਹੀਂ ਔਰ ਸੰਸਾਰ ਦਾ ਇੱਕ ਦਿਨ ਵਿਛੋੜਾ ਹੋ ਜਾਣਾ ਹੈ। ਭਾਵ ਸਹੁਰੇ ਘਰ ਦੇ 'ਚ ਥਾਂ ਕੋਈ ਨਹੀਂ, ਪੇਕੇ ਘਰ ਦੇ 'ਚ ਵੀ ਥਾਂ ਕੋਈ ਨਹੀਂ। ਪਤੀ ਨੇ ਕਦੀ ਪੁੱਛਿਆ ਤੱਕ ਨਹੀਂ ਤੂੰ ਕੌਣ ਹੈ। ਧਨ ਸੁਹਾਗਣ ਨਾ, कैसा तू फकीर है, कैसा तू भगत है। परमात्मा दे घर तेरा वसेबा हो नहीं सकिया ते संसार दे तेरा वसेबा हो सकेगा। परमात्मा नाल तेरी सांझ बनी नहीं। कैसा तू भगत है, कैसा तू दरवेश है, ये फकीरी कैसी। आप इस ते हैरानगी प्रगट कर रहे हैं। इस ਸਲੋਕ ਦਾ ਕੋਈ ਭਾਵ ਗਲਤ ਨਾ ਲੈ ਲਵੇ ਤਾਂ ਅੱਗੇ ਚੱਲ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਲੋਕ ਹੈ। ਆਪ ਕਹਿੰਦੇ ਨੇ, ਸਾਹੁਰੇ ਪਈਏ ਕੰਤ ਕੀ, ਕੰਤ ਅਗਮ ਅਥਾਉ। ਨਾਨਕ ਸੋ ਸੁਹਾਗਣੀ, ਜੋ ਭਾਵੇ ਬੇਪਰਵਾਹ। ਸਹੁਰਾ ਘਰ, ਪੇਕਾ ਘਰ ਜੋ ਕੰਤ ਦੀ ਬਣੀ ਹੋਈ ਹੈ। ਕਿਹੜੇ ਕੰਤ ਦੀ? ਜੋ ਅਗਮ ਹੈ, ਅਥਾਹ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਗਹਿਰਾ ਹੈ। ਉਹ ਸੁਹਾਗਣੀ ਹੈ ਜਿਹੜੇ ਉਸ ਅਗਮ ਅਥਾਹ ਬੇਪਰਵਾਹ ਪ੍ਰਮਾਤਮਾ ਨੂੰ ਭਾ ਜਾਂਦੀ ਹੈ, ਚੰਗੀ ਲੱਗ ਜਾਂਦੀ ਹੈ। ਮਨੁੱਖ ਦੇ ਵੱਸ ਦੀ ਕੀ ਗੱਲ। ਕੋਸ਼ਿਸ਼ ਕਰਦਾ ਹੈ ਮਨੁੱਖ ਪ੍ਰਭੂ ਨੂੰ ਪਿਆਰਾ ਹੋ ਜਾਵਾਂ, ਕੋਸ਼ਿਸ਼ ਕਰਦਾ ਹੈ ਮਨੁੱਖ ਲੋਕ ਸਵਰ ਜਾਏ। ਲੋਕ ਦੇ 'ਚ ਥਾਂ ਕੋਈ ਨਹੀਂ, ਪਰ ਲੋਕ ਸਵਰਿਆ ਕੋਈ ਨਹੀਂ। ਪਰਮਾਤਮਾ ਨਾਲ ਸਾਂਝ ਨਹੀਂ ਬਣੀ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਪਰਮਾਤਮਾ ਅਗਮ ਹੈ, ਅਥਾਹ ਹੈ, ਬੇਪਰਵਾਹ ਹੈ। ਇਹ ਤੇ ਜਿਹੜੀ ਉਸ ਨੂੰ ਭਾ ਜਾਏ ਬਸ ਉਹੀ ਸੁਹਾਗਣੀ ਹੈ। ਜੋ ਨਹੀਂ ਭਾਈ ਉਹੀ ਢੁਆਗਣੀ ਹੈ। ਇਹ ਫੈਸਲਾ ਪਰਮਾਤਮਾ ਤੇ ਹੈ, ਇਹ ਫੈਸਲਾ ਫਕੀਰ ਤੇ ਨਹੀਂ ਹੈ। ਇਹ ਫੈਸਲਾ ਅਕਾਲ ਪੁਰਖ ਤੇ ਹੈ, ਇਹ ਫੈਸਲਾ ਭਗਤ ਤੇ ਨਹੀਂ ਹੈ। ਦਰਅਸਲ ਕਹੇ ਤੇ ਇਹੀ ਰਹੇ ਨੇ ਬਾਬਾ ਫਰੀਦ ਵੀ, ਪਰ ਅਰਥ ਕਰਨ ਲੱਗਿਆਂ ਭੁਲੇਖਾ ਨਾ ਪੈ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਬੜੇ ਸੋਹਣੇ ਢੰਗ ਨਾਲ ਖੋਲ੍ਹਦੇ ਨੇ। ਬਾਬਾ ਫਰੀਦ ਅਗਾਂਹ ਇਸ ਨੂੰ ਇੰਜ ਬਿਆਨ ਕਰਦੇ ਨੇ, ਨਾਤੀ ਧੋਤੀ ਸੰਭਈ, ਸੁੱਤੀ ਆਏ ਨਚਿੰਦੇ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਦੇ। ਇਸ਼ਨਾਨ ਵੀ ਕਰ ਲਿਆ, ਸੁੰਦਰ ਬਸਤਰ ਵੀ ਪਹਿਨ ਲਏ, ਹਾਰ ਸ਼ਿੰਗਾਰ ਵੀ ਕਰ ਲਿਆ, ਕਸਤੂਰੀ ਦੀ ਸੁਗੰਧ ਵੀ ਲਾ ਲਈ। ਸਭ ਕੁਛ ਹਾਰ ਸ਼ਿੰਗਾਰ ਸੋਹਣਾ ਕਰਕੇ ਫਿਰ ਸੌਂ ਗਈ, ਗਹਿਰੀ ਨੀਂਦ ਦੇ ਸੌਂ ਗਈ। ਤੋ ਸੰਬੰਧ ਜੋੜਨ ਲਈ ਤੇ ਜਾਗਰਤੀ ਚਾਹੀਦੀ ਹੈ। ਇਹ ਤੇ ਸੌਂ ਗਈ। ਤੋ ਫਿਰ ਕੀ ਹੋਇਆ? ਉਹ ਸੁਗੰਧ ਵੀ ਉੱਡ ਗਈ, ਕੱਪੜਿਆਂ 'ਚ ਵੀ ਸਲੋਟਾਂ ਪੈ ਗਈਆਂ, ਸ਼ਿੰਗਾਰ ਵੀ ਬੇਢੰਗਾ ਹੋ ਗਿਆ ਔਰ ਰਾਤ ਐਵੇਂ ਲੰਘ ਗਈ। ਕਰਮ ਕਾਂਡ ਮਨੁੱਖ ਨੇ ਸਾਰਾ ਕੀਤਾ, ਸਾਰਾ ਕਰਮ ਕਾਂਡ ਕੀਤਾ। ਤੀਰਥਾਂ ਦਾ ਰਟਨ ਕੀਤਾ, ਵਰਤ ਰੱਖੇ, ਦੇਵੀ ਦੇਵਤਿਆਂ ਨੂੰ ਮਨਾਇਆ,
दूसरे पासे जाइए, रोज़े रखे, हज कीता, पूरी शरह दे मुताबिक अपनी जीवनी बतीत कीती, अपनी जिंदगी बतीत कीती, लेकिन रहे अचेत सुचेत नहीं हो सके। परमात्मा का कोई ज्ञान नहीं मिल सकिया ते ना ही उसका कोई चिंतन किया। सिर्फ उपरोक्त कर्म कांड दे च, सिर्फ बेरौनी कर्म कांड दे च अपनी जिंदगी बतीत कर दी। तो एक दिन की आउंदा है, कर्म कांड करदियां करदियां मनुख कर्म कांड तो ते उकता जाता है और उस परमात्मा की प्राप्ति तो वांझा रह जाता है। भाव श्रृंगार है परमात्मा दे मिलाप लई, श्रृंगार सिर्फ श्रृंगार लई नहीं है। कर्म कांड है परमात्मा तक पहुँचने वास्ते, कर्म कांड कोई पहुँच नहीं है। शरा है खुदा तक पहुँचाण लई, शरा अपने आप दे खुदा तो बिना कुछ भी नहीं। खुदा नाल जोड़ दईए तो शरा महान है। दरअसल बाबा फरीद इस पावन सलोक दे राहीं ए जगत नूं संदेश दे रहे हैं। जो बन जांदे ना डरा, जैसे प्रीत न जाए। फरीदा कितनी जो बन प्रीत बिन, सुक गए कुमलाए। जवानी जांदी है ते जावे। जीवन दे सब तो वड्डा गम यही होंदा है, जवानी ना जाए। बचपन जांदा है, जावे खुशी नाल जावे। जवानी नहीं जानी चाहिए। मनुख आखिरी दम तक जवानी नूं रोकण दी कोशिश करता है। केस चिट्टे हो रहे हैं, काले कर रहा है, झुरियां पै रही ने, चेहरे नूं सवार शिंगारन की कोशिश कर रहा है। जवान दिसा, जवानी नूं कोई भी रुखसत नहीं करना चाहता। ये गल वखरी है, जवानी रुखसत भी हो जाती है तां भी बंदा समझ लैंदा नहीं जवानी मेरे कोल बैठी है, इस भुलेखे च रहिंदा है। और इस गल का सबूत मिलता है कि जवानी तो कोई अहम खास चीज़ इसनूं प्राप्त नहीं हो सकी, वरना जवानी की इतनी तड़प ना रहिंदी, वरना जवानी की इतनी खिच ना रहिंदी। बाबा फरीद कहते ने जवानी जांदी है ते जावे। जवानी दा जोबन जांदा है ते जावे, पर खुदा दी प्रीत नहीं जानी चाहिए। ऐ खुदा, जांदी है जवानी जावे, मैं इसनूं रोकण की कोशिश नहीं करता ते ना ही ये रुक सकती है, पर तेरी प्रीत मेरे को रुकनी चाहिए है। तेरी प्रीत नहीं जानी चाहिए। फरीदा कित्ती जोबन प्रीत बिन, सुक गए कुमलाए। पता नहीं कितनियां जवानियां सुख के कुमला गईयां, बुढ़ेपे दी कबर दे जा पईयां, प्रभु प्रीत तो बिना, खुदाई इश्क तो बिना। इस वास्ते हे खुदा, तेरी प्रीत नहीं जानी चाहिए। जवानी जाती है तो जावे पई, इसकी मैनू कोई लालसा नहीं, तड़प है, खिच है तेरी प्रीत दी, तेरे प्यार दी। फरीदा चिंत खटोला वाण दुख, बिरे विछावन लेप। यो हमारा जीवना, तू साहिब सच्चे वेख। बिरहे दी पीड़ा, विछोड़े दी पीड़ा, जिस नाल जितना प्यार होवे, विछोड़े दी पीड़ा उतनी महान हो जाती है। उस साहिब नाल, उस सच्चे नाल प्यार है तो फरीद कहंदे ने, ऐ खुदा, तेरे विछोड़े दे च असी इस ढंग नाल जी रहे हैं। चिंत खटोला, चिंता दी खटिया है, वाण दुख, और इस खटिया नूं जो बुणिया है, दुखां दे वाणा नाल बुणिया। लाजमी चिंता तो दुख ही निकलदा है। बिरहे विछावण लेप, बिरहा तुलाई ते रजाई है। बिरहा साडा बिछौना है। जी रहे हैं चिंता दे च, जी रहे हैं दुख दे च, जी रहे हैं बिरहा दे च।
ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਸੱਚੇ ਪਰਵਰਦਿਗਾਰ, ਇਹ ਮੇਰੀ ਤਰਜ਼ੇ ਜ਼ਿੰਦਗੀ ਹੈ, ਤੂੰ ਤਰਸ ਖਾ ਕੇ ਵੇਖ, ਤੂੰ ਰਹਿਮਤ ਭਰੀ ਨਿਗਾਹ ਨਾਲ ਵੇਖ। ਮੈਂ ਇਸ ਤਰ੍ਹਾਂ ਜੀ ਰਿਹਾ, ਦੁੱਖ ਦੇ 'ਚ ਜੀ ਰਿਹਾ, ਚਿੰਤਾ ਦੇ 'ਚ ਜੀ ਰਿਹਾ, ਤੇਰੇ ਬਿਰਹੇ ਦੇ 'ਚ ਜੀ ਰਿਹਾ। ਲੇਕਿਨ ਇਸ ਬਿਰਹੇ ਦੀ ਆਪਣੀ ਇੱਕ ਮਹਾਨਤਾ ਵੀ ਬਿਆਨ ਕਰਦੇ ਨੇ ਬਾਬਾ ਫਰੀਦ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੇ ਨ ਉਪਜੇ, ਸੋ ਤਨ ਜਾਣ ਮਸਾਨ। हे ਬਿਰਹਾ, ਤੂੰ ਖੁਦਾਈ ਖੂਬੀਆਂ ਦੇ ਚੋਂ, ਤੂੰ ਰੱਬੀ ਗੁਣਾਂ ਦੇ ਚੋਂ ਸੁਲਤਾਨ ਹੈ। ਬਿਰਹਾ ਆਪਣੇ ਆਪ ਦੇ 'ਚ ਇੱਕ ਅਗਨੀ ਹੈ। ਜੈਸੇ ਤਨ ਦੇ 'ਚ ਅਗਨੀ ਹੈ, ਜਠਰ ਅਗਨੀ, ਔਰ ਇਹ ਤਨ ਨੂੰ ਜ਼ਿੰਦਾ ਰੱਖਦੀ ਹੈ। ਮੁਰਦੇ ਦੀ ਪਹਿਚਾਣ ਹੈ, ਇਸ ਦੇ ਹੱਥ ਪੈਰ ਠੰਡੇ ਪੈ ਗਏ ਨੇ, ਠੰਡਾ ਹੋ ਗਿਆ, ਅਗਨੀ ਨਹੀਂ ਰਹੀ। ਮਨ ਵੀ ਜ਼ਿੰਦਾ ਰਹਿੰਦਾ ਹੈ ਅਗਨੀ ਨਾਲ, ਔਰ ਉਹ ਅਗਨੀ ਹੈ ਤ੍ਰਿਸ਼ਨਾ ਦੀ। ਹਰ ਵਕਤ ਮਨ ਦੇ 'ਚ ਤ੍ਰਿਸ਼ਨਾ ਦੀ ਅਗਨ ਰਹਿੰਦੀ ਹੈ। ਭਗਤ ਲੋਕ, ਫਕੀਰ ਲੋਕ ਇਸ ਤ੍ਰਿਸ਼ਨਾ ਦੀ ਅਗਨੀ ਨੂੰ ਹੀ ਬਿਰਹੇ ਦੀ ਅਗਨ ਦੇ 'ਚ ਬਦਲ ਦਿੰਦੇ ਨੇ। ਤ੍ਰਿਸ਼ਨਾ ਹੈ ਸੰਸਾਰ ਦੀ, ਬਿਰਹੇ ਹੈ ਨਿਰੰਕਾਰ ਦਾ। ਤ੍ਰਿਸ਼ਨਾ ਹੈ ਪਦਾਰਥਾਂ ਦੀ, ਬਿਰਹਾ ਹੈ ਪਰਮਾਤਮਾ ਦਾ। ਤੋ ਬਿਰਹਾ ਤੇ ਇੱਕ ਅਗਨੀ ਹੈ। ਤ੍ਰਿਸ਼ਨਾ ਦੀ ਅਗਨ ਤਮਾਮ ਦੈਵੀ ਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਆਉਂਦਾ। ਬਿਰਹੇ ਦੀ ਅਗਨ ਔਗੁਣਾਂ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਇਸ ਵਾਸਤੇ ਬਿਰਹੀ ਮਨੁੱਖ ਦੇ ਅੰਦਰ ਕੋਈ ਵੀ ਔਗੁਣ ਨਹੀਂ ਆਉਂਦਾ, ਉਸ ਦਾ ਹਿਰਦਾ ਸ਼ੁੱਧ ਹੁੰਦਾ ਹੈ। ਇਸ ਵਾਸਤੇ ਕੁਝ ਸੂਫੀ ਸੰਤਾਂ ਨੇ ਤੇ ਇੰਜ ਵੀ ਕਹਿ ਦਿੱਤਾ, ਐ ਖੁਦਾ ਤੇਰਾ ਵਸਲ ਨਸੀਬ ਨਹੀਂ ਤੋ ਨਾ ਸਹੀ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਕਮ ਸੇ ਕਮ ਤੇਰਾ ਬਿਰਹਾ ਤੇ ਰਵੇ, ਤੇਰਾ ਵਿਛੋੜਾ ਤੇ ਰਵੇ, ਤੇਰੇ ਬਿਰਹੇ ਦੀ ਤੜਪਣ ਤੇ ਰਵੇ। ਯਾ ਰੱਬ ਦੁਆਏ ਵਸਲ ਨਾ ਹਰगिज़ कबूल हो, फिर दिल में क्या रहेगा जो हसरत निकल गई। ए प्रभु ये हसरत ते रहन ही दे, ये बिरहा ते रहन दे। एक कोई बिरहा है जिस दे च दुख होंदियां होयां भी सुख है, बड़ा रस है। इस वास्ते बिरही मनुखा ने ऐसा भी कह दिता है, ऐ खुदा नहीं मिलता ते ना सही, कम से कम अपना बिरहा रहन दे। हे प्रभु नहीं मिलता ते ना सही, कम से कम अपने विछोड़े दी तड़प रहन दे, अपना बिरहा रहन दे। और ये बिरहा रब्बी गुणां दे चों, दैवी गुणां दे चों बाबा फरीद कहंदे सुल्तान है, बादशाह है, सिरमौर है। फरीदा जित तन बिरहे ना उपजे, सो तन जान मसान। जिस मनुख दे अंदर ए रब्बी बिरहा, ये खुदाई तड़प नहीं पैदा हुई, समझ लो ते शमशान घाट है। क्यों? शमशान दे च मुर्दा जलाए जाते ने, ते जिस हिरदे दे च बिरहे दी अगन नहीं, उत्थे तृष्णा दी अगन है। और तृष्णा दी अगन दे च जिंदा मनुख जलते ने, जिंदा लाशां जलदियां ने, जिंदा मनुख जलते ने। और वो चलदा फिरदा शमशान घाट है जिस दे अंदर तृष्णा है, हर वक्त जल रहा होंदा है। तृष्णा दी अगन उसकी शांति नूं जला के भस्म कर देंदी है। तृष्णा दी अगन बर्दाश्त दा मादा नहीं रहन देंदी। तृष्णा दी अगन धीरज नहीं रहन देंदी। तृष्णा दी अगन समदृष्टि नहीं रहन देंदी। तृष्णा दी अगन दया नूं नहीं रहन देंदी। सारे दैवी गुणां नूं जला के खाक कर देंदी है। और ये अगन हर वक्त जलदी रहे तो मनुख चलदा फिरदा शमशान घाट ही बन के रह जाता है। तो बाबा फरीद कहते ने जिस मनुख के अंदर भी ये बिरहे की अगन नहीं पैदा हुई, समझ लो वो मसान है, वो
शमशान घाट है। फरीदा ए विस गंदला धरिया खंड लिवाड़, एक राह दे रह गए एक राह दी गए उजाड़। विकारां दी ਇਹ ਖੇਤੀ ਜ਼ਹਿਰ ਭਰੀਆਂ ਗੰਦਲਾਂ ਨੇ, ਇਹ ਜ਼ਹਿਰ ਭਰੀ ਸਾਗ ਸਬਜ਼ੀਆਂ ਨੇ। ਵਿਕਾਰਾਂ ਦੀਆਂ ਇਹ ਗੰਦਲਾਂ, ਵਾਸ਼ਨਾਵਾਂ ਦੀਆਂ ਇਹ ਗੰਦਲਾਂ ਟੀਕਾਕਾਰਾਂ ਨੇ, ਵਿਦਵਾਨਾਂ ਨੇ, ਪ੍ਰਾਚੀਨ ਟਕਸਾਲੀਆਂ ਨੇ ਇੰਜ ਵੀ ਅਰਥ ਕੀਤੇ ਨੇ। ਇਹ ਇਸਤਰੀਆਂ ਜ਼ਹਿਰ ਭਰੀਆਂ ਗੰਦਲਾਂ ਨੇ, ਇੱਕ ਰਾਹ ਦੇ ਰਹਿ ਗਏ ਨੇ, ਇੱਕ ਰਾਹ ਦੀ ਉਜਾੜ ਕਰਕੇ ਚਲੇ ਗਏ ਨੇ। ਭਾਵ ਇੱਕ ਭੋਗਦਿਆਂ ਭੋਗਦਿਆਂ ਖੁਦ ਰਹਿ ਗਏ ਨੇ, ਇੱਕ ਭੋਗਦਿਆਂ ਭੋਗਦਿਆਂ ਉਜਾੜ ਕੇ ਚਲੇ ਗਏ ਨੇ, ਬੇਵਾ ਕਰਕੇ ਚਲੇ ਗਏ ਨੇ, ਖੇਤੀ ਉਜਾੜ ਕੇ ਚਲੇ ਗਏ ਨੇ। ਪਰ ਇਹ ਦੂਸਰੇ ਅਰਥ ਹੀ ਕਿਸੇ ਹੱਦ ਤੱਕ ਮਨ ਨੂੰ ਅਪੀਲ ਕਰਦੇ ਨੇ। ਇਹ ਪਦਾਰਥ ਦੀ ਵਾਸ਼ਨਾ, ਇਹ ਸੰਸਾਰ ਦੀ ਵਾਸ਼ਨਾ ਦੀ ਖੇਤੀ ਵਿਸ ਭਰੀਆਂ ਗੰਦਲਾਂ ਨੇ। ਇੱਕ ਰਾਹ ਦੇ ਰਹਿ ਗਏ, ਇੱਕ ਤੇ ਬੋਂਦਿਆਂ ਬੋਂਦਿਆਂ ਹੀ ਰਹਿ ਗਏ, ਇੱਕ ਤੇ ਪਦਾਰਥਾਂ ਨੂੰ ਭੋਗਦਿਆਂ ਭੋਗਦਿਆਂ ਹੀ ਰਹਿ ਗਏ। ਜੈਸੇ ਭਰਤਰੀ ਕਹਿੰਦੇ ਨੇ, ਮੈਂ ਨਹੀਂ ਭੋਗਿਆ ਪਦਾਰਥਾਂ ਨੂੰ, ਪਦਾਰਥਾਂ ਨੇ ਮੈਨੂੰ ਭੋਗ ਲਿਆ। ਖਤਮ ਨਹੀਂ ਹੋਏ ਪਦਾਰਥ, मैं ख़त्म हो गया। तो ठीक कह रहे ने बाबा फरीद, एक राह दे रह गए, एक भोगदियाँ रह गए, एक भोग के चले गए, फसल सुन्नी छड़ गए, पदार्थ छोड़ गए, मकान खड़ा है, तियाँ पुत्र मौजूद ने, धन संपदा मौजूद है, सारा रंग रूप मौजूद है, आप नहीं रहे, रुखसत हो गए, चले गए। ਬਾਬਾ ਫਰੀਦ ਇੱਕ ਇੱਕ ਸਲੋਕ ਦੇ ਰਾਹੀਂ ਅੰਮ੍ਰਿਤਮਈ ਸੌਗਾਤ ਮਨੁੱਖਤਾ ਦੀ ਝੋਲੀ ਦੇ ਜੋ ਹੈ ਪਾ ਰਹੇ ਨੇ। ਸੁਚੇਤ ਕਰਨ ਲਈ ਅਗਲੇ ਸਲੋਕ ਦੇ ਵਿੱਚ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ। ਦਿਨ ਦੇ ਚਾਰ ਪਹਿਰ ਤੂੰ ਕੰਮ ਕਰਕੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਹੰਡਾ ਕੇ ਗਵਾਇਆ। ਰਾਤ ਦੇ ਚਾਰ ਪਹਿਰ ਤੂੰ ਸੌਂ ਕੇ ਗਵਾਏ। ਪਰ ਇਹ ਹਿਸਾਬ ਕਿਤਾਬ ਤੇ ਰੱਬ ਨੇ ਮੰਗਣਾ ਹੈ। ਤੂੰ ਕਿਸ ਲਈ ਇਸ ਜਗਤ ਦੇ 'ਚ ਆਇਆ ਸੀ, ਇਸ ਦੁਨੀਆ ਦੇ 'ਚ ਕਿਸ ਲਈ ਆਇਆ ਸੀ? ਤੇਰੀ ਜ਼ਿੰਦਗੀ ਦਾ ਲਕਸ਼ ਕੀ ਸੀ? ਸਿਰਫ ਸੌਣਾ, ਸਿਰਫ ਪਦਾਰਥਾਂ ਦਾ ਭੋਗਣਾ? ਨਹੀਂ, ਤੇਰੀ ਜ਼ਿੰਦਗੀ ਦਾ ਲਕਸ਼ ਤੇ ਖੁਦਾ ਸੀ, ਤੇਰੀ ਮੰਜ਼ਿਲ ਤੇ ਖੁਦਾ ਸੀ। ਪਰ ਤੂੰ ਤੇ ਜ਼ਿੰਦਗੀ ਗਵਾ ਛੱਡੀ, ਸੌਂ ਕੇ, ਹੰਡਾ ਕੇ, ਖਾ ਕੇ ਤੇ ਸੌਂ ਕੇ, ਭੋਗ ਕੇ ਤੇ ਸੌਂ ਕੇ। ਇਸ ਤਰ੍ਹਾਂ ਜੋ ਹੈ ਤੂੰ ਜ਼ਿੰਦਗੀ ਬਤੀਤ ਕਰ ਦਿੱਤੀ। ਲਕਸ਼ ਤੱਕ ਪਹੁੰਚਿਆ ਹੀ ਨਹੀਂ, ਮੰਜ਼ਿਲ ਤੱਕ ਪਹੁੰਚਿਆ ਹੀ ਨਹੀਂ। ਰਸਤਾ ਚਾਹੇ ਕਿਤਨਾ ਸੁਖੈਨ ਹੋਵੇ, ਰਸਤਾ ਚਾਹੇ ਕਿਤਨਾ ਸੁੰਦਰ ਹੋਵੇ, ਪਰ ਰਸਤੇ ਦੇ 'ਚ ਆਰਾਮ ਕਿੱਥੇ? ਰਸਤੇ ਦੇ 'ਚ ਵਿਸ਼ਰਾਮ ਕਿਤੇ? ਆਰਾਮ ਵਿਸ਼ਰਾਮ ਤੇ ਘਰ ਦੇ 'ਚ ਹੀ ਹੋ ਸਕਦਾ ਹੈ, ਰਸਤੇ ਦੇ 'ਚ ਨਹੀਂ। ਸੌਂ ਜਾਣਾ, ਖਾ ਲੈਣਾ, ਭੋਗ ਲੈਣਾ, ਸੋ ਲੈਣਾ, ਇਹ ਤੇ ਰਸਤਾ ਹੈ। ਠੀਕ ਹੈ, ਲੋੜ ਹੈ ਰਸਤੇ ਦੀ ਵੀ, ਪਰ ਕੋਈ ਰਸਤੇ ਨੂੰ ਘਰ ਬਣਾ ਲਵੇ, ਰਸਤੇ ਨੂੰ ਹੀ ਲਕਸ਼ ਸਮਝ ਲਵੇ, ਰਾਹ ਨੂੰ ਹੀ ਮੰਜ਼ਿਲ ਸਮਝ ਲਵੇ, ਉਹ ਤੇ ਭੁੱਲਿਆ ਹੋਇਆ ਹੈ, ਉਹ ਤੇ ਭੁਲੇਖੇ ਦੇ 'ਚ ਹੈ। ਤੋ ਬਾਬਾ ਫਰੀਦ ਸੁਚੇਤ ਕਰਦੇ ਨੇ, ਸੁੱਤਾ ਹੈ, ਖਾਦਾ ਪੀਤਾ ਹੈ, ਠੀਕ ਹੈ, ਪਰ ਤੇਰੀ ਜ਼ਿੰਦਗੀ ਦਾ ਲਕਸ਼ ਤੇ ਖੁਦਾ ਹੋਣਾ ਚਾਹੀਦਾ ਹੈ। ਪਰ ਤੂੰ ਤੇ ਆਪਣੀ ਜ਼ਿੰਦਗੀ ਦਾ ਲਕਸ਼ ਹੀ ਇਹੀ ਕੁਛ ਬਣਾ ਦਿੱਤਾ ਹੈ।
ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ। ਐ ਬੰਦੇ, ਤੂੰ ਬੰਦਗੀ ਲਈ ਹੈ, ਸਭ ਕੁਛ ਤੇਰੇ ਲਈ ਹੈ, ਤੂੰ ਬੰਦਗੀ ਲਈ ਹੈ। ਇਸ ਨੂੰ ਜਨਾਬ ਹਾਫਿਜ਼ ਇੰਜ ਬਿਆਨ ਕਰਦੇ ਨੇ, ਈਰਾਨ ਦੇ ਸੂਫੀ ਸੰਤ ਹਾਫਿਜ਼, ਖੁਰਦਨ ਬਰਾਏ ਜ਼ੀਸਤਨ व जिक्र करदन अस्त। खाना पीना इस वास्ते है कि तू जिंदा रवें, और जिंदगी इस वास्ते है कि तू जिक्र इलाही करें। श्री कबीर भी कहते ने, दो सिर मांगो चूना पाए गयो संग लूना, अध सिर मांगो दाले मुको दोनों वक्त जिवाले, खाट मांगो चौपाई सिरहाना और तुलाई, ऊपर को मांगो खीदा तेरी भगत करे जन थीदा, मैं ना ही कीता लब्बो। हे ईश्वर मैं लोभ नहीं कीता, एक नाम तेरा मैं फब्बो, मैनू फबदा है तेरा नाम, मैनू रस मिलदा है तेरे नाम दे चों, पर तेरे नाम दे चों मैं रस माण सकां जिंदगी चाहिदी है। और जिंदगी तां रहिंदी है सारे पदार्थ होवन। पदार्थ मंगदा मैं जिंदगी लई, और जिंदगी मंगदा तेरी बंदगी लई। तो बाबा फरीद कहते ने, जिंदगी दा लक्ष्य खा लेना, सो लेना, भोग लेना, सो लेना ये नहीं है। जिंदगी दा लक्ष्य है खुदा, जीवन दी मंजिल है खुदा। वो तू सुचेत होके अपने मंजिल दी तरफ जो है चल। बाबा फरीद अपना एक होर अनुभव मनुखता दे सामने रखते ने। फरीदा दर दरवाजे जाए के, क्यों डिठो घड़ियाल, एने दोसा मारिए हम दोसा दा क्या हाल। पुराने जमाने च हर थाने दे च एक घड़ियाल होंदा सी। उसनों वजांदे सन। दिन का हुण पहला पैर होया, 2 वज गए, दूजा पैर होया, 3 वज गए, तीजा पैर होया, 4 वजा दे ते रात दिन का चौथा पैर होया। दिन ते रात दे 4 8 पैर 4-4 करके और 60 घड़ियां। तो अद्धी रात नूं बकायदा 60 दफ़ा वजाया जांदा सी, ताकि पता चल जाए हुण अद्धी रात हो गई है, 60 घड़ियां बतीत हो गई हैं। फरीद कहते ने कि मैं ये थाने दे दरवाजे ते जाके घड़ियाल क्यों देख लिया। पुराना जमाना, इस विचारे दा कोई दोष नहीं, और इनू मारिया जा रहा है। हथौड़ा लैके जद उसनू वजांदे ने, तो आप कहते हैं इसदा ते कोई दोष नहीं। और गजब दी गल है, घड़िए घड़िए मारिए पहरी लह सजाए, सो हेड़ा घड़ियाल ज्यों दुखी रहन विआए। हर पैर तो बाहर मारिया जांदा है, हर घड़ी दे च इसनू मार पैंदी है। इसी तरह ये मेरा जीव है, हर वक्त विकारां दी मार पैंदी है, हर वक्त वाशनावां दी मार पैंदी है, हर वक्त दुखां दी मार पैंदी है। किस तरह जिंदगी दी रात बतीत करिए। ये तो निर्दोष है, मारिया जा रहा है, पर मेरे वाले दोषी दा की हाल। कितनी मार पैनी है, कितनी मार पैनी है। फरीद समझा रहे ने, इस घड़ियाल दी तरह मार तो बचन लई तो खुदा दा चिंतन कर, अकाल पुरख दा जो है चिंतन कर। बाबा फरीद दा ये अमर कलाम, फरीद दे श्लोक अगम अगाध बाणी गुरु ग्रंथ साहब जी महाराज दे च मौजूद ने। इस सूफी फकीर सिरमौर संत ने देश दा बहुत वड्डा भ्रमण किया। थां थां ते रब्बी कलाम लोगां दे कन्नां दे च पहुँचाए। इबादत नाल लोगां दियां झोलियां भरियां। आप दे नाम दे ते पंजाब दे शहर है फरीदकोट, आप दे नाम दे ते शहर है फरीदाबाद।
ਔਰ ਆਪ ਦੀ ਹੀ ਨਾਂ ਦੇ ਤੇ ਚਿੱਲਾ ਮੌਜੂਦ ਹੈ ਅਜਮੇਰ ਦੇ 'ਚ ਚਿੱਲਾ ਬਾਬਾ ਫਰੀਦ। ਆਪ ਦੀ ਤਰਜ਼ ਜ਼ਿੰਦਗੀ ਸਾਰੀ ਖੁਦਾਈ ਬੰਦਗੀ ਦੇ 'ਚ ਲੰਘੀ ਹੈ। ਇਹਨਾਂ ਸਾਰੇ ਸਲੋਕਾਂ ਨੂੰ ਤੁਝ ਬੁੱਧੀ ਅਨੁਸਾਰ ਵਿਚਾਰ ਦੇ ਕੇ ਮੈਂ ਸੰਗਤਾਂ ਦੀ, ਸਰੋਤਿਆਂ ਦੀ ਝੋਲੀ ਦੇ 'ਚ ਪਾਉਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰ ਰਿਹਾ।